ਕੈਨੇਡਾ ਨੂੰ ਲੈਂਡ ਆਫ ਇਮੀਗ੍ਰੈਂਟਸ ਕਿਹਾ ਜਾਂਦਾ ਹੈ। ਹਰ ਸਾਲ ਲੱਖਾਂ ਹੀ ਲੋਕ ਆਪਣੀ ਅੱਖਾਂ ਦੇ ਵਿੱਚ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਪਨਾ ਲੈ ਕੇ ਆਉਂਦੇ ਨੇ, ਖੂਬ ਮਿਹਨਤ ਕਰਦੇ ਨੇ ਤਾਂ ਫਿਰ ਪੱਕੇ ਕੈਨੇਡਾ ਵਾਲੇ ਬਣ ਜਾਂਦੇ ਨੇ। ਫਿਰ ਲੋੜ ਮਹਿਸੂਸ ਹੁੰਦੀ ਹੈ ਜਿਹੜੇ ਪਿੱਛੇ ਰਹਿ ਗਏ ਉਹਨਾਂ ਨੂੰ ਆਪਣੇ ਕੋਲ ਇੱਥੇ ਬੁਲਾਉਣ ਦੀ। ਵੈਸੇ ਤਾਂ ਬਹੁਤ ਸਾਰੇ ਇਮੀਗ੍ਰੇਸ਼ਨ ਪ੍ਰੋਗਰਾਮਸ ਨੇ ਜਿਹਨਾਂ ਰਾਹੀਂ ਆਪਣੀ ਫੈਮਲੀਜ਼ ਨੂੰ ਕੈਨੇਡਾ ਵਿੱਚ ਬੁਲਾ ਸਕਦੇ ਹਾਂ। ਇਹਨਾਂ ਵਿੱਚੋਂ ਅਜਿਹਾ ਹੀ ਇੱਕ ਪ੍ਰੋਗਰਾਮ ਹੈ ਸੁਪਰ ਵੀਜ਼ਾ ਇਮੀਗ੍ਰੇਸ਼ਨ ਪ੍ਰੋਗਰਾਮ, ਜਿਹਦੇ ਵਿੱਚ ਅਸੀਂ ਆਪਣੇ ਪੈਰੈਂਟਸ ਅਤੇ ਗ੍ਰੈਂਡ ਪੈਰੈਂਟਸ ਨੂੰ ਆਪਣੇ ਕੋਲ ਬੁਲਾ ਸਕਦੇ ਹਾਂ। ਸਾਲ 2011 ਦੇ ਵਿੱਚ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਇਸ ਪ੍ਰੋਗਰਾਮ ਦੇ ਵਿੱਚ 10 ਸਾਲ ਦਾ ਵੀਜ਼ਾ ਲੱਗ ਜਾਂਦਾ ਹੈ ਅਤੇ ਸਾਡੇ ਪੈਰੈਂਟਸ ਜਾਂ ਗ੍ਰੈਂਡ ਪੈਰੈਂਟਸ ਇੱਕ ਵਾਰ ਚਾਹੇ 2 ਸਾਲ ਤੱਕ ਕੈਨੇਡਾ ਵਿੱਚ ਸਟੇ ਕਰ ਸਕਦੇ ਨੇ। ਇਸ ਪ੍ਰੋਗਰਾਮ ਰਾਹੀਂ ਮੌਕਾ ਮਿਲਿਆ ਬਹੁਤ ਸਾਰੀਆਂ ਫੈਮਲੀਜ਼ ਨੂੰ ਇਕੱਠੇ ਹੋਣ ਦਾ ਅਤੇ ਇੱਕ ਦੂਜੇ ਨੂੰ ਸਪੋਰਟ ਕਰਨ ਦਾ। ਇਹ ਸੁਪਰ ਵੀਜ਼ਾ ਲਗਵਾਉਣ ਲਈ ਕੁਝ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਨੇ, ਜਿਵੇਂ ਕਿ ਅਸੀਂ ਕੈਨੇਡੀਅਨ ਸਿਟੀਜ਼ਨ ਜਾਂ ਪਰਮਾਨੈਂਟ ਰੈਜ਼ੀਡੈਂਟ ਹੋਣੇ ਚਾਹੀਦੇ ਹਾਂ। ਇੱਕ ਫਾਈਨੈਂਸ਼ੀਅਲ ਅੰਡਰਟੇਕਿੰਗ ਦੇਣੀ ਪੈਂਦੀ ਹੈ ਕਿ ਅਸੀਂ ਫਾਈਨੈਂਸ਼ੀਅਲੀ ਆਪਣੇ ਪੈਰੈਂਟਸ ਜਾਂ ਗ੍ਰੈਂਡ ਪੈਰੈਂਟਸ ਨੂੰ ਉਹਨਾਂ ਦੇ ਸਟੇ ਤੱਕ ਸਪੋਰਟ ਕਰ ਸਕਦੇ ਹਾਂ। ਸਾਡੇ ਪਰਿਵਾਰ ਦੇ ਵਿੱਚ ਆਲਰੇਡੀ ਕਿੰਨੇ ਮੈਂਬਰ ਨੇ ਅਤੇ ਸਾਡਾ ਪਰਮਾਨੈਂਟ ਰੈਜ਼ੀਡੈਂਟ ਜਾਂ ਸਿਟੀਜ਼ਨਸ਼ਿਪ ਕਾਰਡ। ਇਸ ਦੇ ਇਲਾਵਾ ਇੱਕ ਬਹੁਤ ਹੀ ਇੰਪੋਰਟੈਂਟ ਡਾਕੂਮੈਂਟ ਨਾਲ ਲਗਵਾਉਣਾ ਪੈਂਦਾ ਹੈ, ਉਹ ਹੈ ਐਮਰਜੈਂਸੀ ਮੈਡੀਕਲ ਇੰਸ਼ੋਰੈਂਸ, ਜਿਹਨੂੰ ਅਸੀਂ ਸੁਪਰ ਵੀਜ਼ਾ ਇੰਸ਼ੋਰੈਂਸ ਵੀ ਕਹਿੰਦੇ ਹਾਂ, ਜੋ ਕਿ ਤੁਹਾਨੂੰ $1 ਲੱਖ ਦੀ ਕਵਰੇਜ ਦਿੰਦੀ ਹੋਵੇ, 1 ਸਾਲ ਦੀ ਕਵਰੇਜ ਅਤੇ ਕਿਸੇ ਕੈਨੇਡੀਅਨ ਕੰਪਨੀ ਤੋਂ ਹੀ ਲਈ ਗਈ ਹੋਵੇ। ਸੁਪਰ ਵੀਜ਼ਾ ਇੰਸ਼ੋਰੈਂਸ ਬਹੁਤ ਹੀ ਇੰਪੋਰਟੈਂਟ ਹੈ ਜਦੋਂ ਤੁਸੀਂ ਸੁਪਰ ਵੀਜ਼ੇ ਲਈ ਅਪਲਾਈ ਕਰਦੇ ਹੋ। ਅਤੇ ਸੁਪਰ ਵੀਜ਼ਾ ਅਪਲਾਈ ਕਰਨ ਲਈ ਹੋਰ ਕਿਹੜੀਆਂ ਸ਼ਰਤਾਂ ਨੇ, ਇਹਦੇ ਬਾਰੇ ਤੁਹਾਨੂੰ ਤੁਹਾਡਾ ਇਮੀਗ੍ਰੇਸ਼ਨ ਐਕਸਪਰਟ ਜ਼ਿਆਦਾ ਵਧੀਆ ਤਰੀਕੇ ਨਾਲ ਦੱਸ ਸਕਦਾ ਹੈ, ਪਰ ਸਾਡਾ ਅੱਜ ਦਾ ਐਪੀਸੋਡ ਦਾ ਦਾਇਰਾ ਸੁਪਰ ਵੀਜ਼ਾ ਇੰਸ਼ੋਰੈਂਸ ਦੇ ਆਸ-ਪਾਸ ਹੀ ਰਹੇਗਾ। ਜੇਕਰ ਸੁਪਰ ਵੀਜ਼ਾ ਲੈਣ ਲਈ ਮੈਡੀਕਲ ਇੰਸ਼ੋਰੈਂਸ ਦੀ ਸ਼ਰਤ ਲਗਾਈ ਗਈ ਹੈ ਤਾਂ ਜ਼ਰੂਰ ਕੋਈ ਨਾ ਕੋਈ ਕਾਰਨ ਹੋਵੇਗਾ। ਜੇਕਰ ਕੈਨੇਡਾ ਦੇ ਵਿੱਚ ਅਸੀਂ ਮੈਡੀਕਲ ਐਕਸਪੈਂਸਿਸ ਦੀ ਗੱਲ ਕਰੀਏ ਤਾਂ ਇਹ ਬਹੁਤ ਜ਼ਿਆਦਾ ਨੇ, ਪਰ ਸਾਡੇ ਕੋਲ ਕਿਉਂਕਿ ਪ੍ਰੋਵਿੰਸ਼ੀਅਲ ਹੈਲਥ ਕਾਰਡ ਹੈ ਤਾਂ ਸ਼ਾਇਦ ਅਸੀਂ ਘੱਟ ਹੀ ਇਹਨਾਂ ਖਰਚਿਆਂ ਨੂੰ ਮਹਿਸੂਸ ਕੀਤਾ ਹੋਵੇਗਾ। ਪਰ ਜੇਕਰ ਅਸੀਂ ਸਿਰਫ ਅੰਟਾਰੀਓ ਦੀ ਹੀ ਗੱਲ ਕਰੀਏ ਤਾਂ ਅੰਟਾਰੀਓ ਦੇ ਵਿੱਚ ਅਨਇੰਸ਼ੋਰਡ ਪੇਸ਼ੈਂਟਸ, ਯਾਨੀ ਕਿ ਉਹ ਪੇਸ਼ੈਂਟਸ ਜਿਨ੍ਹਾਂ ਦੇ ਕੋਲ ਇੰਸ਼ੋਰੈਂਸ ਨਹੀਂ ਹੈ ਜਾਂ ਫਿਰ ਜਿਨ੍ਹਾਂ ਦੇ ਕੋਲ ਓਹਿਪ ਕਾਰਡ ਨਹੀਂ ਹੈ, ਅਗਰ ਉਹ ਐਮਰਜੈਂਸੀ 'ਚ ਜਾਂਦੇ ਨੇ ਤਾਂ ਉਹਨਾਂ ਨੂੰ $1000 ਦਾ ਤਾਂ ਸਿਰਫ ਐਮਰਜੈਂਸੀ ਵਿੱਚ ਜਾਣ ਦਾ ਖਰਚਾ ਹੀ ਪਵੇਗਾ। ਉਸ ਤੋਂ ਬਾਅਦ ਡਾਇਗਨੋਸਿਸ ਕੀ ਹੋਵੇਗਾ ਔਰ ਕਿੰਨਾ ਖਰਚਾ ਹੋਵੇਗਾ, ਕਿਆ ਨਹੀਂ ਜਾ ਸਕਦਾ। ਅਤੇ ਜੇਕਰ ਕੋਈ ਬੜੀ ਅਲਾਮਤ ਨਿਕਲ ਆਈ ਤਾਂ ਫਿਰ ਰੱਬ ਹੀ ਜਾਣੇ ਕਿੰਨਾ ਖਰਚਾ ਹੋਵੇਗਾ। ਅਤੇ ਜੇਕਰ ਅਜਿਹੀ ਸਿਚੁਏਸ਼ਨ ਆ ਗਈ ਤਾਂ ਕੀ ਤੁਸੀਂ ਆਪਣੇ ਪੇਰੈਂਟਸ ਦਾ ਇਲਾਜ ਨਹੀਂ ਕਰਵਾਓਗੇ, ਜਾਂ ਫਿਰ ਤੁਸੀਂ ਆਪਣੀ ਸੇਵਿੰਗਸ ਨੂੰ ਖਰਚ ਦੇਵੋਗੇ, ਲੋਨ ਲਵੋਗੇ, ਜਾਂ ਤਾਂ ਫਿਰ ਕੁਝ ਵੇਚਣਾ ਵੀ ਪੈ ਸਕਦਾ ਹੈ। ਹੁਣ ਸੁਪਰ ਵੀਜ਼ਾ 'ਤੇ ਆਉਣ ਵਾਲੇ ਸਾਡੇ ਪੈਰੈਂਟਸ ਅਤੇ ਗ੍ਰੈਂਡ ਪੈਰੈਂਟਸ ਵੱਡੀ ਉਮਰ ਦੇ ਹੁੰਦੇ ਨੇ ਔਰ ਵੱਡੀ ਉਮਰ ਦੇ ਵਿੱਚ ਕੁਝ ਸਰੀਰਕ ਅਲਾਮਤਾਂ ਦਾ ਹੋਣਾ ਸੁਭਾਵਿਕ ਹੋ ਜਾਂਦਾ ਹੈ। ਸ਼ਾਇਦ ਇਸੇ ਕਰਕੇ ਹੀ ਸੁਪਰ ਵੀਜ਼ਾ ਦੇ ਨਾਲ ਐਮਰਜੈਂਸੀ ਮੈਡੀਕਲ ਇੰਸ਼ੋਰੈਂਸ ਨੂੰ ਲਾਜ਼ਮੀ ਕਰ ਦਿੱਤਾ ਗਿਆ, ਤਾਂ ਕਿ ਕਿਸੇ ਅਜਿਹੀ ਸਿਚੁਏਸ਼ਨ ਦੇ ਵਿੱਚ ਤੁਹਾਡੇ ਉੱਤੇ ਵਾਧੂ ਬੋਝ ਨਾ ਪਵੇ ਅਤੇ ਤੁਸੀਂ ਵੀ ਤਾਂ ਕੋਈ ਅਜਿਹਾ ਰਿਸਕ ਨਹੀਂ ਲੈਣਾ ਚਾਹੋਗੇ। ਹੁਣ ਇਹ ਸੁਪਰ ਵੀਜ਼ਾ ਇੰਸ਼ੋਰੈਂਸ ਕੀ ਹੁੰਦੀ ਹੈ, ਇਹ ਸੁਪਰ ਵੀਜ਼ਾ ਇੰਸ਼ੋਰੈਂਸ ਕਿਵੇਂ ਕੰਮ ਕਰਦੀ ਹੈ, ਸੁਪਰ ਵੀਜ਼ਾ ਇੰਸ਼ੋਰੈਂਸ ਵਿੱਚ ਕੀ ਕਵਰ ਨਹੀਂ ਹੁੰਦਾ ਅਤੇ ਸੁਪਰ ਵੀਜ਼ਾ ਇੰਸ਼ੋਰੈਂਸ ਦੇ ਵਿੱਚ ਕਲੇਮ ਕਿਵੇਂ ਮਿਲ ਸਕਦਾ ਹੈ, ਇਹਨਾਂ ਬਾਰੇ ਅਸੀਂ ਗੱਲ ਕਰਾਂਗੇ ਅੱਜ ਦੇ ਐਪੀਸੋਡ ਦੇ ਵਿੱਚ ਐਵਰੀ ਮੰਡੇ ਸਿੰਘ ਦੇ ਫੰਡੇ ਦੇ ਉੱਤੇ। ਅਤੇ ਜੇਕਰ ਹੁਣ ਤੱਕ ਤੁਸੀਂ ਸਾਡਾ ਚੈਨਲ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਨਾਲ ਸਾਡਾ ਚੈਨਲ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਕਰ ਦਿਓ, ਨਹੀਂ ਤਾਂ ਫਿਰ ਐਵਰੀ ਮੰਡੇ ਯੂ ਵਿਲ ਮਿਸ ਸਿੰਘ ਦੇ ਫੰਡੇ। ਸੁਪਰ ਵੀਜ਼ਾ ਅਪਲਾਈ ਕਰਨ ਵੇਲੇ ਮੈਡੀਕਲ ਇੰਸ਼ੋਰੈਂਸ ਲੈਣਾ ਕੀ ਮਹਿਜ਼ ਇੱਕ ਫਾਰਮੈਲਿਟੀ ਹੈ ਜਾਂ ਫਿਰ ਇਹਦੀ ਲੋੜ ਵੀ ਪੈ ਸਕਦੀ ਹੈ? ਜੇਕਰ ਇਹਨਾਂ ਪਾਲਿਸੀਜ਼ ਹੇਠਾਂ ਹੋਏ ਕਲੇਮਸ ਦੇ ਹਵਾਲਿਆਂ ਦੀ ਗੱਲ ਕਰਾਂ ਤਾਂ ਪਰਸਨਲ ਐਕਸਪੀਰੀਅੰਸ ਤੋਂ ਕਹਿ ਸਕਦਾ ਹਾਂ ਕਿ ਇਹ ਕਲੇਮਸ ਕੁਝ $100 ਤੋਂ ਲੈ ਕੇ ਕਈ ਹਜ਼ਾਰਾਂ ਡਾਲਰ ਤੱਕ ਵੀ ਪੇ ਹੋਏ ਨੇ। ਦੰਦ ਵਿੱਚ ਉੱਠੀ ਅਚਾਨਕ ਪੀੜ ਤੋਂ ਲੈ ਕੇ ਫ੍ਰੈਕਚਰ ਜਾਂ ਫਿਰ ਹਾਰਟ ਅਟੈਕ ਤੱਕ ਦੇ ਕਲੇਮਸ ਵੀ ਪੇ ਹੁੰਦੇ ਵੇਖੇ ਗਏ ਨੇ। ਸੋ ਇਸ ਪਾਲਿਸੀ ਨੂੰ ਸਿਰਫ ਇੱਕ ਫਾਰਮੈਲਿਟੀ ਸਮਝ ਕੇ ਬਿਨਾਂ ਵਿਚਾਰੇ ਲੈਣਾ ਜ਼ਿਆਦਾ ਫਾਇਦੇਮੰਦ ਨਹੀਂ ਸਾਬਿਤ ਹੋ ਸਕਦਾ। ਅਤੇ ਇਸ ਪਾਲਿਸੀ ਨੂੰ ਲੈਣ ਵੇਲੇ ਸਿਰਫ ਇਸ ਦੀ ਕਿਸ਼ਤ ਜਾਂ ਇਹਦੀ ਕੀਮਤ ਨੂੰ ਹੀ ਧਿਆਨ ਵਿੱਚ ਰੱਖਣਾ ਵੀ ਫਾਇਦੇਮੰਦ ਨਹੀਂ ਜਾਂ ਜ਼ਿਆਦਾ ਵਧੀਆ ਨਹੀਂ ਹੈ, ਕਿਉਂਕਿ ਕਿਸ਼ਤ ਨਾਲੋਂ ਜ਼ਿਆਦਾ ਜ਼ਰੂਰੀ ਹੈ ਕਿ ਕੀ ਇਹ ਪਾਲਿਸੀ ਸਾਡੀਆਂ ਲੋੜਾਂ ਦੇ ਮੁਤਾਬਕ ਢੁਕਵੀਂ ਹੈ ਜਾਂ ਨਹੀਂ। ਮੇਰਾ ਪਰਸਨਲ ਐਕਸਪੀਰੀਅੰਸ ਕਹਿੰਦਾ ਹੈ ਕਿ ਸੁਪਰ ਵੀਜ਼ਾ ਇੰਸ਼ੋਰੈਂਸ ਖਰੀਦਣ ਵੇਲੇ ਜ਼ਿਆਦਾ ਫੋਕਸ ਉਸ ਦੇ ਮੁੱਲ ਉੱਤੇ ਹੀ ਰਹਿੰਦਾ ਹੈ। ਇੱਥੇ ਮੇਰੇ ਕਹਿਣ ਦਾ ਭਾਵ ਹੈ ਕਿਤੇ ਵੀ ਨਹੀਂ ਕਿ ਜ਼ਿਆਦਾ ਮਹਿੰਗੀਆਂ ਪਾਲਿਸੀਆਂ ਅੱਛਾ ਕਵਰੇਜ ਦਿੰਦੀਆਂ ਨੇ ਅਤੇ ਘੱਟ ਕੀਮਤ ਵਾਲੀਆਂ ਪਾਲਿਸੀਆਂ ਘੱਟ ਕਵਰੇਜ। ਦਰਅਸਲ ਜ਼ਰੂਰੀ ਹੈ ਕਿ ਕੀ ਕਲੇਮ ਦੇ ਸਮੇਂ ਤੁਹਾਡੀ ਪਾਲਿਸੀ ਕਲੇਮ ਦੇ ਵੀ ਪਾਏਗੀ ਕਿ ਨਹੀਂ, ਕਿਉਂਕਿ ਪਾਲਿਸੀ ਦੀ ਕਿਸ਼ਤ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਫੈਕਟਰਸ ਨੇ ਜਿਨ੍ਹਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ।
ਪੋਲਿਸੀ ਖਰੀਦਣ ਵੇਲੇ। ਇਸ ਵਿੱਚ ਸਭ ਤੋਂ ਪਹਿਲਾ ਫੈਕਟਰ ਹੈ ਪ੍ਰੀ ਐਗਜ਼ਿਸਟਿੰਗ ਮੈਡੀਕਲ ਕੰਡੀਸ਼ਨ, ਯਾਨੀ ਕਿ ਕਲਾਇੰਟ ਨੂੰ ਕੋਈ ਪਹਿਲਾਂ ਮੈਡੀਕਲ ਅਲਾਮਤ ਤਾਂ ਨਹੀਂ। ਇਸ ਪ੍ਰੀ ਐਗਜ਼ਿਸਟਿੰਗ ਮੈਡੀਕਲ ਕੰਡੀਸ਼ਨ ਦਾ ਬਹੁਤ ਯੋਗਦਾਨ ਹੈ ਪੋਲਿਸੀ ਦੀ ਕਿਸ਼ਤ ਤੈਅ ਕਰਨ ਦੇ ਵਿੱਚ ਕਿ ਅਸੀਂ ਇਸ ਪੋਲਿਸੀ ਨੂੰ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਦੇ ਨਾਲ ਲੈਣਾ ਹੈ ਜਾਂ ਨਹੀਂ। ਹੁਣ ਉਮਰ ਵਧਣ ਦੇ ਨਾਲ ਹਾਈਪਰਟੈਂਸ਼ਨ, ਡਾਇਬਟੀਜ਼ ਜਾਂ ਹੋਰ ਮੈਡੀਕਲ ਅਲਾਮਤਾਂ ਦਾ ਹੋਣਾ ਵੱਧ ਜਾਂਦਾ ਹੈ ਤੇ ਅਕਸਰ ਬਹੁਤ ਸਾਰੇ ਲੋਕ ਵਧੀ ਹੋਈ ਉਮਰ ਦੇ ਵਿੱਚ ਕਿਸੇ ਨਾ ਕਿਸੇ ਮੈਡੀਕਲ ਅਲਾਮਤ ਦੇ ਸ਼ਿਕਾਰ ਹੁੰਦੇ ਨੇ ਤੇ ਉਹ ਕੋਈ ਨਾ ਕੋਈ ਮੈਡੀਸਿਨ ਲੈ ਰਹੇ ਹੁੰਦੇ ਨੇ। ਜੇਕਰ ਤੁਸੀਂ ਕਿਸੇ ਪ੍ਰੀ ਐਗਜ਼ਿਸਟਿੰਗ ਮੈਡੀਕਲ ਕੰਡੀਸ਼ਨਸ ਦੇ ਸ਼ਿਕਾਰ ਹੋ ਜਾਂ ਡਾਇਗਨੋਸਿਸ ਹੋਏ ਹੋ ਤਾਂ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਆਪਣੀ ਪਾਲਿਸੀ ਦੇ ਵਿੱਚ ਪ੍ਰੀ ਐਗਜ਼ਿਸਟਿੰਗ ਮੈਡੀਕਲ ਕੰਡੀਸ਼ਨਸ ਨੂੰ ਜ਼ਰੂਰ ਸ਼ਾਮਿਲ ਕਰੋ। ਹੋ ਸਕਦਾ ਹੈ ਇਸ ਨਾਲ ਤੁਹਾਡਾ ਪ੍ਰੀਮੀਅਮ ਜ਼ਰੂਰ ਵੱਧ ਜਾਵੇ, ਪਰ ਤੁਹਾਡੀ ਪ੍ਰੀ ਮੈਡੀਕਲ ਕੰਡੀਸ਼ਨ ਦੇ ਨਾਲ ਅਗਰ ਕੋਈ ਕੰਪਲਿਕੇਸ਼ਨ ਹੋਈ ਤਾਂ ਇਸ ਪਾਲਿਸੀ ਹੇਠਾਂ ਕਵਰੇਜ ਮਿਲਦਾ ਰਹੇਗਾ। ਪਰ ਇੱਥੇ ਮੈਂ ਦੋ ਗੱਲਾਂ ਦਾ ਜ਼ਿਕਰ ਕਰਨਾ ਚਾਹਾਂਗਾ। ਪਹਿਲਾ ਕਿ ਪ੍ਰੀ ਐਗਜ਼ਿਸਟਿੰਗ ਮੈਡੀਕਲ ਕਵਰੇਜ ਦਾ ਮਤਲਬ ਇਹ ਕਿਤੇ ਵੀ ਨਹੀਂ ਕਿ ਤੁਹਾਨੂੰ ਤੁਹਾਡੀ ਮੌਜੂਦਾ ਮੈਡੀਸਿਨ ਦੀ ਸਪਲਾਈ ਵੀ ਮਿਲਦੀ ਰਹੇਗੀ। ਪ੍ਰੀ ਐਗਜ਼ਿਸਟਿੰਗ ਕਵਰੇਜ ਦਾ ਮਤਲਬ ਹੈ ਕਿ ਜੇਕਰ ਕੋਈ ਤੁਹਾਡੀ ਪੁਰਾਣੀ ਬਿਮਾਰੀ ਦੇ ਕਰਕੇ ਕੋਈ ਨਵੀਂ ਕੰਪਲਿਕੇਸ਼ਨ ਹੁੰਦੀ ਹੈ ਤਾਂ ਇਸ ਪਾਲਿਸੀ ਹੇਠਾਂ ਕਵਰ ਹੋਵੇਗੀ। ਇਸ ਕਰਕੇ ਜੇਕਰ ਤੁਸੀਂ ਆਲਰੇਡੀ ਹਾਈਪਰਟੈਂਸ਼ਨ ਜਾਂ ਡਾਇਬਟੀਜ਼ ਦੀ ਮੈਡੀਸਿਨ ਲੈ ਰਹੇ ਹੋ ਤਾਂ ਉਸ ਦਾ ਖਰਚਾ ਇਸ ਪਾਲਿਸੀ ਲੈਣ ਤੋਂ ਬਾਅਦ ਵੀ ਤੁਹਾਨੂੰ ਆਪਣੀ ਪਾਕਟ ਦੇ ਵਿੱਚੋਂ ਹੀ ਕਰਨਾ ਪਵੇਗਾ। ਪ੍ਰੀ ਐਗਜ਼ਿਸਟਿੰਗ ਮੈਡੀਕਲ ਕੰਡੀਸ਼ਨ ਦੀ ਕਵਰੇਜ ਦੇ ਬਾਰੇ ਦੂਸਰਾ ਫੰਡਾ ਇਹ ਹੈ ਕਿ ਇਸ ਦੇ ਵਿੱਚ ਉਹੀ ਮੈਡੀਕਲ ਕੰਡੀਸ਼ਨਸ ਕਵਰ ਹੋਣਗੀਆਂ ਜਿਹੜੀਆਂ ਕਿ ਕੰਪਨੀ ਦੀ ਸ਼ਰਤਾਂ ਦੇ ਮੁਤਾਬਕ ਪਿਛਲੇ 90 ਦਿਨਾਂ ਤੋਂ 120 ਦਿਨਾਂ ਤੋਂ ਜਾਂ ਫਿਰ 180 ਦਿਨਾਂ ਤੋਂ ਸਟੇਬਲ ਹੋਣ। ਇਸ ਦਾ ਮਤਲਬ ਇਹ ਹੈ ਕਿ ਸਟੇਬਲ ਮੈਡੀਕਲ ਕੰਡੀਸ਼ਨਸ ਉਹ ਮੰਨੀ ਜਾਏਗੀ ਕਿ ਜਿਸ ਵਿੱਚ ਪਿਛਲੇ 90 ਦਿਨਾਂ ਤੋਂ 120 ਦਿਨਾਂ ਤੋਂ ਜਾਂ 180 ਦਿਨਾਂ ਤੋਂ ਤੁਹਾਡੀ ਟ੍ਰੀਟਮੈਂਟ ਜਾਂ ਡੋਸੇਜ ਦੇ ਵਿੱਚ ਕੋਈ ਫਰਕ ਨਾ ਆਇਆ ਹੋਵੇ। ਸੁਪਰ ਵੀਜ਼ਾ ਇੰਸ਼ੋਰੈਂਸ ਦੀ ਕਿਸ਼ਤ ਤੈਅ ਕਰਨ ਵਿੱਚ ਦੂਸਰਾ ਵੱਡਾ ਫੈਕਟਰ ਹੈ ਡਿਡਕਟੇਬਲਸ ਦਾ। ਡਿਡਕਟੇਬਲਸ ਯਾਨੀ ਕਿ ਕਲੇਮ ਹੋਣ ਤੇ ਕਿੰਨਾ ਬਿੱਲ ਜਾਂ ਕਿੰਨੀ ਰਕਮ ਤੁਸੀਂ ਆਪਣੀ ਜੇਬ ਦੇ ਵਿੱਚੋਂ ਭਰੋਗੇ। ਮੰਨ ਲਵੋ ਕਿ ਤੁਸੀਂ ਆਪਣੀ ਪਾਲਿਸੀ ਦੇ ਵਿੱਚ $10,000 ਤੱਕ ਦਾ ਡਿਡਕਟੇਬਲ ਲੈਂਦੇ ਹੋ। ਬੇਸ਼ੱਕ ਇਸ ਨਾਲ ਤੁਹਾਡੀ ਕਿਸ਼ਤ ਜ਼ਰੂਰ ਘੱਟ ਜਾਵੇਗੀ, ਪਰ ਪਹਿਲੇ 10,000 ਤੱਕ ਦਾ ਖਰਚਾ ਤੁਹਾਨੂੰ ਆਪਣੀ ਜੇਬ ਦੇ ਵਿੱਚੋਂ ਹੀ ਪੂਰਾ ਕਰਨਾ ਪਵੇਗਾ। ਹੁਣ ਇਹ ਡਿਡਕਟੇਬਲ ਇੱਕ ਵਾਰ ਵੀ ਲਾਗੂ ਹੋ ਸਕਦੇ ਨੇ ਤਾਂ ਹਰ ਕਲੇਮ ਤੇ ਵੀ ਲਾਗੂ ਹੋ ਸਕਦੇ ਨੇ। ਇਸ ਨਾਲ ਹੋ ਸਕਦਾ ਕਿ ਤੁਹਾਡੀ ਕਿਸ਼ਤ 45% ਤੱਕ ਘੱਟ ਹੋ ਜਾਵੇ। ਇੱਥੇ ਮੈਂ ਇੱਕ ਫੰਡਾ ਡਿਸਕਸ ਕਰਨਾ ਚਾਹਾਂਗਾ, ਉਹ ਇਹ ਕਿ ਇਹਨਾਂ ਡਿਡਕਟੇਬਲਸ ਨੂੰ ਲੈਣ ਤੋਂ ਪਹਿਲਾਂ ਇਸ ਗੱਲ ਦਾ ਜ਼ਰੂਰ ਕੰਪੈਰੀਜ਼ਨ ਕਰ ਲੈਣਾ ਕਿ ਡਿਡਕਟੇਬਲਸ ਲੈਣ ਨਾਲ ਤੁਹਾਡੀ ਕਿਸ਼ਤ ਦਾ ਕਿੰਨਾ ਫਰਕ ਪਿਆ ਤੇ ਉਹਨਾਂ ਡਿਡਕਟੇਬਲਸ ਨੇ ਤੁਹਾਡੇ ਬੈਨੀਫਿਟਸ ਨੂੰ ਕਿੰਨਾ ਘਟਾ ਦਿੱਤਾ। ਸੁਪਰ ਵੀਜ਼ਾ ਇੰਸ਼ੋਰੈਂਸ ਪਾਲਿਸੀ ਇੱਕ ਐਮਰਜੈਂਸੀ ਮੈਡੀਕਲ ਪਾਲਿਸੀ ਹੈ। ਇਸ ਦਾ ਮਤਲਬ ਕਿ ਐਸੀ ਮੈਡੀਕਲ ਐਮਰਜੈਂਸੀ ਜਿਸ ਨੂੰ ਕਿ ਟਾਲਿਆ ਨਹੀਂ ਜਾ ਸਕਦਾ ਤਾਂ ਉਸ ਦੀ ਟ੍ਰੀਟਮੈਂਟ ਉਸੇ ਵੇਲੇ ਹੀ ਕਰਨੀ ਜ਼ਰੂਰੀ ਹੈ। ਹੁਣ ਇਹ ਇੱਕ ਦੰਦ ਦਾ ਦਰਦ ਵੀ ਹੋ ਸਕਦਾ ਹੈ, ਫ੍ਰੈਕਚਰ, ਨਿਮੋਨੀਆ ਜਾਂ ਫਿਰ ਹਾਰਟ ਅਟੈਕ। ਸੁਪਰ ਵੀਜ਼ਾ ਇੰਸ਼ੋਰੈਂਸ ਦੇ ਵਿੱਚ ਹਸਪੀਟਲਾਈਜੇਸ਼ਨ, ਐਂਬੂਲੈਂਸ, ਡਾਇਗਨੋਸਟਿਕਸ ਟੈਸਟ, ਪੈਰਾਮੈਡੀਕਲ ਸਰਵਿਸਿਜ਼ ਜਿਵੇਂ ਕਿ ਫਿਜ਼ੀਓਥੈਰੇਪਿਸਟ, ਕਾਇਰੋਪ੍ਰੈਕਟਰਸ ਤੇ ਪ੍ਰਿਸਕ੍ਰਿਪਸ਼ਨ ਡਰੱਗਸ ਵਰਗੀਆਂ ਸੇਵਾਵਾਂ ਵੀ ਸ਼ਾਮਿਲ ਹੋ ਸਕਦੀਆਂ ਨੇ। ਪਰ ਕੀ ਸ਼ਾਮਿਲ ਨਹੀਂ ਹੋ ਸਕਦਾ, ਉਹ ਹੈ ਤੁਹਾਡਾ ਰੂਟੀਨ ਚੈੱਕਅਪ ਤੇ ਤੁਹਾਡੀ ਐਗਜ਼ਿਸਟਿੰਗ ਮੈਡੀਕਲ ਸਪਲਾਈਜ਼। ਜੇਕਰ ਸੁਪਰ ਵੀਜ਼ਾ ਪਾਲਿਸੀ ਹੇਠਾਂ ਕਲੇਮ ਦੀ ਗੱਲ ਕਰੀਏ ਤਾਂ ਅਕਸਰ ਇਹ ਸਵਾਲ ਪੁੱਛਿਆ ਜਾਂਦਾ ਹੈ ਕਿ ਕੀ ਇਹ ਪਾਲਿਸੀ ਕੈਸ਼ਲੈਸ ਪਾਲਿਸੀ ਹੈ, ਯਾਨੀ ਕਿ ਕੀ ਇਸ ਪਾਲਿਸੀ ਦੇ ਵਿੱਚ ਮੈਡੀਕਲ ਬਿੱਲ ਦਾ ਭੁਗਤਾਨ ਸਿੱਧਾ ਹਸਪੀਟਲ ਨੂੰ ਕੀਤਾ ਜਾਂਦਾ ਹੈ। ਜਦੋਂ ਤੁਸੀਂ ਇਹ ਪਾਲਿਸੀ ਲੈਂਦੇ ਹੋ ਤਾਂ ਇਸ ਦੇ ਵਿੱਚ ਤੁਹਾਨੂੰ ਇਸ ਦੇ ਨਾਲ ਇੱਕ ਟੋਲ ਫ੍ਰੀ ਨੰਬਰ ਦਿੱਤਾ ਜਾਂਦਾ ਹੈ ਜਿਸ ਨੂੰ ਕਿ ਤੁਸੀਂ 24 ਘੰਟੇ ਕਦੇ ਵੀ ਕਿਸੇ ਵੀ ਐਮਰਜੈਂਸੀ ਵਿੱਚ ਕਾਲ ਕਰ ਸਕਦੇ ਹੋ। ਔਰ ਅਜਿਹਾ ਕਰਨਾ ਜ਼ਰੂਰੀ ਵੀ ਹੈ ਕਿਉਂਕਿ ਕਿਸੇ ਵੀ ਐਮਰਜੈਂਸੀ ਦੇ ਵਿੱਚ ਜਦੋਂ ਤੁਸੀਂ ਕੰਪਨੀ ਨੂੰ ਕੰਟੈਕਟ ਕਰਦੇ ਹੋ ਤਾਂ ਕੰਪਨੀ ਆਪਣੇ ਆਪ ਉਸ ਹਸਪੀਟਲ ਦੇ ਨਾਲ ਰਾਬਤਾ ਕਾਇਮ ਕਰ ਲੈਂਦੀ ਹੈ ਤੇ ਤੁਹਾਡੇ ਮੈਡੀਕਲ ਬਿਲਸ ਦਾ ਧਿਆਨ ਰੱਖ ਲੈਂਦੀ ਹੈ। ਇਸ ਲਈ ਇਹ ਪਾਲਿਸੀ ਤੁਹਾਡੇ ਲਈ ਕੈਸ਼ਲੈਸ ਪਾਲਿਸੀ ਬਣ ਜਾਂਦੀ ਹੈ। ਪਰ ਹਾਂ, ਇੱਥੇ ਮੈਂ ਇਸ ਗੱਲ ਦਾ ਜ਼ਿਕਰ ਕਰਨਾ ਚਾਹਾਂਗਾ ਕਿ ਜੇਕਰ ਤੁਹਾਡੀ ਇਹ ਐਮਰਜੈਂਸੀ ਛੋਟੀ ਹੈ ਔਰ ਤੁਸੀਂ ਵਾਕ-ਇਨ ਕਲੀਨਿਕ ਦੇ ਵਿੱਚ ਜਾ ਕੇ ਇਸ ਐਮਰਜੈਂਸੀ ਨੂੰ ਠੀਕ ਕਰਵਾ ਲੈਂਦੇ ਹੋ ਤਾਂ ਹੋ ਸਕਦਾ ਹੈ ਕਿ ਤੁਹਾਨੂੰ ਆਪਣੀ ਪਾਕਟ ਦੇ ਵਿੱਚੋਂ ਉਹ ਛੋਟਾ ਜਿਹਾ ਬਿੱਲ ਦੇਣਾ ਪਵੇ। ਇਸ ਤੋਂ ਬਾਅਦ ਤੁਸੀਂ ਉਸ ਬਿੱਲ ਨੂੰ ਰੀਇੰਬਰਸਮੈਂਟ ਦੇ ਰਾਹੀਂ ਕੰਪਨੀ ਤੋਂ ਪੈਸੇ ਵਾਪਸ ਲੈ ਸਕਦੇ ਹੋ। ਹੁਣ ਸਵਾਲ ਇਹ ਹੈ ਕਿ ਸੁਪਰ ਵੀਜ਼ਾ ਇੰਸ਼ੋਰੈਂਸ ਕਿੱਥੋਂ ਖਰੀਦੀ ਜਾਵੇ। ਸੁਪਰ ਵੀਜ਼ਾ ਇੰਸ਼ੋਰੈਂਸ ਖਰੀਦਣ ਲਈ ਸ਼ਾਪ ਅਰਾਊਂਡ ਕਰਨਾ ਕੋਈ ਘਾਟੇ ਦਾ ਸੌਦਾ ਨਹੀਂ, ਪਰ ਮੈਂ ਇੱਕ ਪਲੇਟਫਾਰਮ ਸੁਜੈਸਟ ਕਰਨਾ ਚਾਹਾਂਗਾ, ਉਹ ਹੈ truevisit.ca। ਤੁਸੀਂ ਇੱਥੇ ਜਾ ਕੇ ਨਾ ਸਿਰਫ ਅਲੱਗ-ਅਲੱਗ ਕੰਪਨੀਜ਼ ਦੇ ਰੇਟ ਨੂੰ ਕੰਪੇਅਰ ਕਰ ਸਕਦੇ ਹੋ ਬਲਕਿ ਤੁਸੀਂ ਉਹਨਾਂ ਦੇ ਬੈਨੀਫਿਟਸ ਨੂੰ ਵੀ ਕੰਪੇਅਰ ਕਰ ਸਕਦੇ ਹੋ। ਔਰ ਇਸ ਵੈਬਸਾਈਟ 'ਤੇ ਜਾ ਕੇ ਆਪਣੇ ਲਈ ਇੰਸ਼ੋਰੈਂਸ ਖਰੀਦਣਾ ਵੀ ਬਹੁਤ ਹੀ ਜ਼ਿਆਦਾ ਆਸਾਨ ਹੈ ਤੇ ਤੁਸੀਂ ਅੱਜ ਹੀ
अगर सुपर वीज़ा लेना चाहते हो या इंटरनेशनल स्टूडेंट्स या विजिटर इंश्योरेंस लेना चाहते हो तो तुसी इस वैबसाइट को ज़रूर एक्सप्लोर करना। इट्स truevisit.ca। सुपर वीज़ा इंश्योरेंस बारे एक सवाल अक्सर पूछा जाता है, वो है साइड ट्रिप कवरेज बारे। साइड ट्रिप कवरेज यानी कि कैनेडा आने तो बाद अगर तुसी किसी होर मुल्क दे विच सैर लई या किसी होर मकसद लई जांदे हो, मान लो कि तुसी USA विच जांदे हो, तो की ये पॉलिसी तुहानूं उत्थे कवरेज देवेगी। सुपर वीज़ा इंश्योरेंस दे विच साइड ट्रिप कवरेज दा फार्मूला ये है कि तुहाडा एक क्लेम तद ही मिलेगा अगर कैनेडा विच तुहाडा स्टे टोटल स्टे दे 50% तो ज़्यादा है। इत्थे गल दा खास ध्यान रखने वाला मुद्दा यह है कि अगर तुसी इस पॉलिसी के चलते दौरान अपने मुल्क दे विच वापस जाते हो, चाहे वो कुछ दिनों ही वापस जाते हो, इस पॉलिसी की कवरेज तुहानूं अपने मुल्क दे विच नहीं मिलेगी, यानी कि तुहाडी अपने मुल्क की जर्नी नूं साइड ट्रिप नहीं मन्निया जाएगा। सुपर वीज़ा इंश्योरेंस नूं तुसीं साल की इकट्ठी किश्त दे के भी खरीद सकते हो या फिर हर महीने भी इसकी पेमेंट दे सकते हो, लेकिन ज़रूरी यह है कि सुपर वीज़ा एप्लीकेशन लगाने तो पहला तुहाडे कोल सुपर वीज़ा इंश्योरेंस होनी चाहिए है। हुण की होवेगा कि जेकर तुहानूं वीज़ा नहीं लगता, अच्छे हालत दे विच तुहाडा प्रीमियम रिफंड कर दिता जाएगा। तो जेकर एक बार पॉलिसी शुरू हो जाती है, तुहाडे पेरेंट्स इत्थे आके जल्दी ही वापस चले जाते हैं, तो अगर उस पॉलिसी ते कोई क्लेम नहीं तो तुहानूं प्रपोर्शनेटली वो रकम रिफंड हो जाएगी। फ्रेंड्स, बहुत सारिया बरीकियां होर भी ने सुपर वीज़ा इंश्योरेंस बारे जिसनों डिस्कस करना शायद इस एपीसोड के समय के दायरे दे विच नहीं आता, पर जेकर सुपर वीज़ा इंश्योरेंस लैके तुहाडे होर सवाल ने, तुसी कुछ पर्सनल सवाल पूछना चाहते हो सुपर वीज़ा इंश्योरेंस बारे, तो तुसी कमेंट सैक्शन राਹੀਂ मैनू उन्हां दे बारे लिख सकते हो या तुसी मैनू डायरैक्ट मेरे नंबर पर भी कॉल कर सकते हो। लेकिन ज़रूरी ये है कि तुसी मेरे इस चैनल नूं लाइक शेयर ते सबसक्राइब जरूर करो, ताकि हर हफ्ते मैं कोई नवा फंडा नवी जानकारी तुहाडे लई लैके आंदा रहां। तो जेकर तुसी हुण तक साडा चैनल लाइक शेयर ते सबसक्राइब नहीं किया तो जल्दी नाल साडा चैनल लाइक शेयर ते सबसक्राइब कर दिओ, नहीं तो फिर एवरी मंडे यू विल मिस सिंह दे फंडे।